ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਸੋ ਰੇਸ ਅਕੈਡਮੀ ਅਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦਬਦੇ ਕਰੋ ਬੈਲ ਆਈਕਨ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਟੈਲੀਗ੍ਰਾਮ ਗਰੁੱਪ ਆ, ਐਪਲੀਕੇਸ਼ਨ ਹੈ, ਤੁਸੀਂ ਉਸ ਨੂੰ ਇੰਸਟਾਲ ਕਰ ਸਕਦੇ ਹੋ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਟੈਲੀਗ੍ਰਾਮ ਜੁਆਇਨ ਕਰ ਲਓਗੇ ਤਾਂ ਤੁਹਾਨੂੰ ਅਪਡੇਟ ਵਗੈਰਾ ਮਿਲਦੀ ਰਹੂਗੀ। ਸੋ ਹੁਣ ਚਰਚਾ ਮੈਂ ਕਰਨ ਕੀ ਆ ਰਿਹਾ ਹੈਗਾ, ਤੁਹਾਨੂੰ ਪਤਾ ਹੈ ਕਿ ਆਲਰੇਡੀ PDF ਵਾਇਰਲ ਹੋ ਰਹੀ ਆ, ਅਫੀਸ਼ੀਅਲ ਵੀ ਆ ਚੁੱਕਿਆ ਸਾਰਾ ਕੁਝ ਕਿ ਇੱਕ ਤਾਂ ਇੰਟੈਲੀਜੈਂਸ ਦਾ ਆਈ ਥਿੰਕ ਪੇਪਰ ਆ ਚੁੱਕਿਆ, ਰਾਈਟ ਹੈ। ਤੇ ਇਹ ਵੀ ਪਤਾ ਲੱਗ ਗਿਆ ਕਿ ਐਕਸਾਈਜ਼ ਇੰਸਪੈਕਟਰ ਇਲੈਕਸ਼ਨ ਕਨਗੋ ਤੇ ਮੋਸਟ ਪ੍ਰੋਬੇਬਲੀ ਜਿਹੜਾ ਨੈਬ ਤਹਿਸੀਲਦਾਰ ਆ, ਮੈਨੂੰ ਲੱਗਦਾ ਉਹਦੀ ਵੀ ਨੋਟੀਫਿਕੇਸ਼ਨ ਜਲਦੀ ਹੀ ਆ ਜਾਵੇਗਾ, ਰਾਈਟ ਆ। ਸੋ ਕਿਹਾ ਗਿਆ ਕਿ ਜਿਹੜਾ ਐਕਸਾਈਜ਼ ਇੰਸਪੈਕਟਰ ਹੈ ਯਾਨੀ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਜਾਂ ਬਲਾਕ ਲੈਵਲ ਜਿਹੜਾ ਆਫਿਸਰ ਦੀ ਪੋਸਟਾਂ ਨਿਕਲੀਆਂ, ਉਹ ਹੈਗਾ ਭਾਈ ਤੁਹਾਡਾ ਸਤੰਬਰ ਐਂਡ ਦੇ ਵਿੱਚ। ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ PSPCL LDC ਵੀ ਆ ਜਾਊਗਾ। ਸੋ ਪੇਪਰ ਹੈਗੇ ਆ ਬਹੁਤ, ਤੇ PSSSB ਕਲਰਕ ਜਿਵੇਂ ਤੁਹਾਨੂੰ ਪਤਾ ਅਪਕਮਿੰਗ ਵੈਕੈਂਸੀ ਵੀ ਬਹੁਤ ਆਊਟ ਹੋਣ ਵਾਲੀਆਂ। ਸੋ ਆਪਣੀ ਗੱਡੀ ਜਿਹੜੀ ਤੁਸੀਂ ਗਰਮ ਕਰ ਰੱਖੀ ਹੈ ਪੜ੍ਹਨ ਵਾਲੀ, ਉਸ ਗੱਡੀ ਨੂੰ ਗਰਮ ਹੀ ਰਹਿਣ ਦਿਓ, ਠੰਡਾ ਨਾ ਪਾਓ। ਥੋੜੀ ਜਿਹੀ ਦੁਵਿਧਾ ਜਿਹੜੇ ਮੈਨੂੰ ਹਰ ਕੋਈ ਕਾਲ ਕਰਕੇ ਪੁੱਛਦਾਗਾ, ਤਾਂ ਮੈਂ ਅੱਜ ਕੋਸ਼ਿਸ਼ ਕਰਦਾ ਕਿ ਉਹ ਵੀਡੀਓ ਦੇ ਵਿੱਚ ਹੀ ਕਵਰ ਕਰਦਾ, ਮੈਂ ਕਲੀਅਰ ਕਰਦਾ ਕਿ ਪੇਪਰ ਬਹੁਤ ਸਾਰੇ ਤਿਆਰੀ ਕਿਸ ਦੀ ਕਰੀਏ। ਹਾਲਾਂਕਿ ਇਹ ਡਾਊਟ ਹੋਣਾ ਨਹੀਂ ਚਾਹੀਦਾ, ਨਾ ਹੀ ਉਹਨਾਂ ਬੱਚਿਆਂ ਨੂੰ ਡਾਊਟ ਹੋਊਗਾ ਆਈ ਥਿੰਕ ਜਿਨ੍ਹਾਂ ਦੀ ਵਧੀਆ ਤਿਆਰੀ ਹੋਊਗੀ। ਡਾਊਟ ਹਮੇਸ਼ਾ ਉੱਥੇ ਹੀ ਹੁੰਦਾ ਜਿੱਥੇ ਆਪਾਂ ਬਾਉਂਡਰੀ ਤੇ ਹੁੰਦੇ ਆ। ਜਿਵੇਂ ਫੋਰ ਐਗਜ਼ਾਮਪਲ ਕੋਆਪਰੇਟਿਵ ਬੈਂਕ ਦੀ ਕੱਟ ਆਫ ਕਿੰਨੀ ਜਾਊਗੀ, ਰਾਈਟ। ਤਾਂ ਬਹੁਤ ਸਾਰੀ ਕਾਲਾਂ ਹੁੰਦੀਆਂ, ਤਾਂ ਮੇਰੇ ਅਕੋਰਡਿੰਗ ਇਹੀ ਹੈ ਕਿ ਕੱਟ ਆਫ ਦੀ ਟੈਨਸ਼ਨ ਵੀ ਉਹਨਾਂ ਨੂੰ ਹੀ ਹੋਊਗੀ ਜਿਹੜੇ ਓਬਵੀਅਸਲੀ ਗੱਲ ਹੈ ਬਾਉਂਡਰੀ ਤੇ ਆ। ਜਿਨ੍ਹਾਂ ਦੇ 80+ ਹੋਣਗੇ, 82 85 ਤੱਕ ਹੋਣਗੇ, ਮੈਨੂੰ ਅੱਜ ਤੱਕ ਉਹਨਾਂ ਦੀ ਕਾਲ ਨਹੀਂ ਆਈ ਕਿ ਸਰ ਮੇਰੇ 85 ਨੰਬਰ ਬਣਦੇ ਆ, ਕੀ ਮੇਰਾ ਕਲੀਅਰ ਹੋ ਜਾਊਗਾ ਕਿ ਨਹੀਂ ਹੋ ਜਾਊਗਾ। ਨਹੀਂ ਆਉਂਦੀ, ਓਬਵੀਅਸਲੀ ਗੱਲ ਹੈ ਜਿਹੜੇ ਬਾਉਂਡਰੀ ਤੇ ਹੋਣਗੇ। ਉਸੇ ਤਰੀਕੇ ਦੇ ਨਾਲ ਜਿਹੜੇ ਪੇਪਰ ਦੀ ਤੁਸੀਂ ਤਿਆਰੀ ਕਰਦੇ ਹੋ, ਫੋਕਸ ਉੱਥੇ ਨਹੀਂ ਰੱਖ ਕੇ ਆਪਾਂ ਦੂਸਰੇ ਪੇਪਰਾਂ ਵੱਲ ਝਾਕਦੇ ਹਾਂ। ਇਹ ਵੀ ਉਹਨਾਂ ਬੱਚਿਆਂ ਦੀ ਹੀ ਨਿਸ਼ਾਨੀ ਹੋ ਸਕਦੀ ਆ ਜਿਨ੍ਹਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੋਊਗੀ, ਬਟ ਉਹ ਕਨਫਿਊਜ਼ਨ ਹੈ, ਕਨਫਿਊਜ਼ਨ ਕ੍ਰੀਏਟ ਆਪ ਹੀ ਕਰ ਰੱਖੀ ਹੈ ਕਿ ਯਾਰ ਉਹ ਪੇਪਰ ਅੱਡ ਹੁੰਦਾ, ਇਹ ਪੇਪਰ ਅੱਡ ਹੁੰਦਾ, ਇਹਦੇ ਵਿੱਚ ਕੀ ਪੜ੍ਹੀਏ, ਕਿਹੜੇ ਪੇਪਰ ਵਾਸਤੇ ਪੜ੍ਹੀਏ, ਰਾਈਟ। ਸੋ ਉਹਨਾਂ ਸਾਰੀਆਂ ਕਨਫਿਊਜ਼ਨਾਂ ਨੂੰ ਮੈਂ ਦੂਰ ਕਰ ਰਿਹਾ ਹਾਂ। ਕੋਈ ਬਾਹਲੀ ਵੱਡੀ ਕੋਈ ਐਸੀ ਮੈਂ ਕੋਈ ਤੁਹਾਨੂੰ ਚੀਜ਼ ਨਹੀਂ ਦੱਸਣ ਆ ਰਿਹਾ ਹੈਗਾ ਕਿ ਜਿਹੜੀ ਪਤਾ ਨਹੀਂ ਬਹੁਤ ਯੂਨੀਕ ਹੋਵੇਗੀ। ਆਮ ਤੌਰ 'ਤੇ ਤੁਸੀਂ ਇਹ ਹਰ ਟੀਚਰ ਤੋਂ ਸੁਣਦੇ ਹੋ, ਪਰ ਉਹੀ ਗੱਲ ਆ ਵੀ ਮੈਂ ਤਾਂ ਸੁਣਾ ਰਿਹਾ, ਹੋ ਸਕਦਾ ਤੁਸੀਂ ਮੇਰੇ 'ਤੇ ਯਕੀਨ ਕਰ ਲਓ, ਤੁਸੀਂ ਬਾਕੀਆਂ 'ਤੇ ਨਹੀਂ ਕੀਤਾ ਹੋਣਾ, ਜਾਂ ਹੋ ਸਕਦਾ ਤੁਸੀਂ ਇਹ ਪਹਿਲੀ ਵਾਰ ਹੀ ਇੱਕ ਐਕਸਪੀਰੀਅੰਸ ਲੈ ਰਹੇ ਹੋ ਕਿ ਹਾਂ ਤਿਆਰੀ ਐਵੇਂ ਵੀ ਹੋ ਸਕਦੀ ਆ, ਰਾਈਟ। ਜਦੋਂ ਵੀ ਮੈਨੂੰ ਕਿਸੇ ਦੀ ਕਾਲ ਆਉਂਦੀ ਆ, 2-4 ਗੱਲਾਂ ਮੈਂ ਕਰੂੰਗਾ। ਜਦੋਂ ਵੀ ਕਿਸੇ ਦੀ ਕਾਲ ਆਉਂਦੀ ਹੈ ਤਾਂ ਇੱਕ ਤਾਂ ਡਾਊਟ ਹਮੇਸ਼ਾ ਇਹੀ ਰਹਿੰਦਾ ਕਿ ਸਰ ਮੈਂ PSPCL ਦੀ ਤਿਆਰੀ ਕਰਾਂ, ਪਟਵਾਰੀ ਮੇਨਜ਼ ਦੀ ਤਿਆਰੀ ਕਰਾਂ, ਚਲੋ ਪਟਵਾਰੀ ਤਾਂ ਲੰਘਣ ਵਾਲੀ ਹੈ ਹੁਣ, ਰਾਈਟ, ਜਾਂ ਮੈਂ ਐਕਸਾਈਜ਼ ਦੀ ਤਿਆਰੀ ਕਰਾਂ ਜਾਂ ਮੈਂ ਕਿਸੇ ਹੋਰ ਦੀ ਤਿਆਰੀ ਕਰਾਂ, ਠੀਕ ਹੈ। ਪਹਿਲੀ ਗੱਲ ਤਾਂ ਉਹਨਾਂ ਦਾ ਆਨਸਰ ਇਹ ਆ ਕਿ ਦੇਖੋ ਰਾਜੇ, ਸਬਜੈਕਟ ਆ ਜਿਹੜਾ ਨਾ, ਸਬਜੈਕਟ ਉਹ ਸੇਮ ਹੀ ਹੁੰਦਾ। ਪੰਜਾਬ ਦੇ PPSC ਨੂੰ ਛੱਡ ਕੇ ਬਾਕੀ ਜਿੰਨੇ ਵੀ ਪੇਪਰ ਆ ਉਹਨਾਂ ਦਾ ਲੈਵਲ ਆ ਜਿਹੜਾ ਉਹ ਸੇਮ ਹੀ ਰਹਿੰਦਾ। ਈਵਨ ਕਿ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਕਿ PSPCL LDC ਜਿਹੜਾ ਲੋਅਰ ਡਿਵੀਜ਼ਨ ਕਲਰਕ ਹੈ, ਲੋਅਰ ਕਲਰਕ ਹੈ, ਯਾਨੀ ਕਿ ਉਹ ਔਖਾ ਆ ਜਾਊਗਾ, ਤੇ ਜਿਹੜਾ ਉਸ ਤੋਂ ਅਬਵ ਐਕਸਾਈਜ਼ ਇੰਸਪੈਕਟਰ ਉਹ ਸੌਖਾ ਆ ਜਾਊਗਾ, ਐਵੇਂ ਦੇਖਣ ਨੂੰ ਮਿਲ ਸਕਦਾ ਗਾ। ਸੋ ਇਹਦਾ ਮਤਲਬ ਕੀ ਆ ਕਿ ਤੁਸੀਂ ਇਹ ਕਹਿ ਹੀ ਨਹੀਂ ਸਕਦੇ ਕਿ ਜੇਕਰ ਪੋਸਟ ਉੱਚੀ ਆ ਤਾਂ ਉਹਦਾ ਪੇਪਰ ਵੀ ਔਖਾ ਹੋਊਗਾ। SI ਦਾ ਪੇਪਰ ਜੇਕਰ ਤੁਸੀਂ ਪਿਛਲੇ ਪੇਪਰ ਦੇ ਨਾਲ ਕੰਪੈਰੀਜ਼ਨ ਕਰੋ, ਪਿਛਲੇ ਸਾਲ ਦੇ ਨਾਲ ਕੰਪੈਰੀਜ਼ਨ ਕਰੋ, ਤਾਂ ਬਿਲਕੁਲ ਔਖਾ ਆ ਗਿਆ। ਖਾਸ ਕਰਕੇ GK ਮੈਥ ਰੀਜ਼ਨਿੰਗ ਬਹੁਤ ਜ਼ਿਆਦਾ ਸੌਖੀ ਆ ਗਈ। ਤਾਂ ਇਹ ਚੀਜ਼ਾਂ ਪ੍ਰੈਡਿਕਟ ਕਰ ਹੀ ਨਹੀਂ ਸਕਦੇ, ਰਾਈਟ। ਅਤੇ ਨਾ ਹੀ ਕੋਈ ਟੀਚਰ ਮੈਨੂੰ ਲੱਗਦਾ ਪ੍ਰੈਡਿਕਟ ਕਰਦਾ ਹੋਊਗਾ। ਅਗਰ ਕਰਦਾਗਾ ਤਾਂ ਬਿਲਕੁਲ ਉਹ ਰੋਂਗ ਹੋ ਸਕਦਾ ਗਾ, ਕਿਉਂਕਿ ਪ੍ਰੈਡਿਕਟ ਕਰਨਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ। ਮੇਰੇ ਅਕੋਰਡਿੰਗ ਤਾਂ ਤੁਹਾਨੂੰ ਹਰ ਪਹਿਲੂ ਵਾਸਤੇ ਤਿਆਰ ਰਹਿਣਾ ਚਾਹੀਦਾ, ਸੌਖਾ ਆਵੇ ਔਖਾ ਆਵੇ, ਤੁਸੀਂ ਤਿਆਰ ਰਹਿਣੇ ਚਾਹੀਦੇ ਹੋ। ਮੇਨ ਮਕਸਦ ਆਪਣੀ ਤਿਆਰੀ ਕਰਨ ਦਾ ਇਹੀ ਹੁੰਦਾ ਕਿ ਆਪਾਂ ਪੇਪਰ ਨੂੰ ਕਰੈਕ ਕਰੀਏ, ਰਾਈਟ ਹੋ ਗਿਆ। ਹੁਣ ਦੂਸਰੀ ਚੀਜ਼ ਕਿ ਕੁਝ ਐਸੇ ਸਬਜੈਕਟ ਹੁੰਦੇ ਜਿਹੜੇ ਹਮੇਸ਼ਾ ਕਾਮਨ ਰਹਿੰਦੇ ਆ ਐਂਡ ਹਮੇਸ਼ਾ ਹੀ ਸਿਕਿਉਰ ਤੁਹਾਨੂੰ ਕਰਦੇ ਆ ਪੇਪਰ, ਯਾਨੀ ਸੇਵ ਕਰਦੇ ਆ, ਤੁਹਾਡੀ ਸਿਲੈਕਸ਼ਨ ਵੱਲ ਨੂੰ ਲੈ ਕੇ ਜਾਂਦੇ ਆ, ਰਾਈਟ। ਫੋਰ ਐਗਜ਼ਾਮਪਲ ਜਿਵੇਂ ਹੁਣ ਮੈਂ ਕਹਾਂ ਕਿ ਜੇਕਰ ਤੁਸੀਂ ਕੋਈ ਵੀ ਪੇਪਰ ਦਿੰਦੇ ਹੋ, ਹੁਣ ਵੀ ਇਸ ਤੋਂ ਬਾਅਦ ਵੀ ਪੇਪਰ ਆਉਣਗੇ, ਕੋਈ ਵੀ ਪੇਪਰ ਦਿੰਦੇ ਹੋ ਤਾਂ 2 ਸਬਜੈਕਟ ਤੁਹਾਨੂੰ ਪੱਕਾ ਹੀ ਮਿਲਣਗੇ, ਤੇ ਇਹਨਾਂ ਦੋਵਾਂ ਸਬਜੈਕਟਾਂ ਦੇ ਵਿੱਚ ਤੁਹਾਡੇ ਨੰਬਰ ਪੱਕਾ ਹੀ ਕੱਟਦੇ ਆ, ਰਾਈਟ। ਮੈਂ ਅੱਜ ਤੱਕ ਨਹੀਂ ਦੇਖਿਆ ਕਿ ਜਿਹੜਾ ਇਹਨਾਂ ਦੇ ਵਿੱਚ ਮਾਰ ਖਾਂਦਾ ਹੋਵੇ ਤੇ ਉਹਦੀ ਸਿਲੈਕਸ਼ਨ ਹੋ ਗਈ ਹੋਵੇ, ਯਾਨੀ ਇਹਦੇ ਵਿੱਚ ਮਾਰ ਖਾਂਦੇ ਹੋ ਤਾਂ ਸਿਲੈਕਸ਼ਨ ਤੋਂ ਦੂਰ ਜਾਂਦੇ ਹੋ। ਕਿਉਂਕਿ ਜਿਨ੍ਹਾਂ ਦੀ ਸਿਲੈਕਸ਼ਨ ਹੁੰਦੀ ਹੈ, ਜੇ ਫੋਰ ਐਗਜ਼ਾਮਪਲ ਮੈਂ ਇਹਨੂੰ ਇਹ ਕਹਾਂ ਕਿ 100% ਐਕੂਰੇਸੀ ਦੇ ਨਾਲ ਚਲੋ ਨਹੀਂ, ਤਾਂ ਘੱਟੋ ਘੱਟ ਜਿਨ੍ਹਾਂ ਦੀ ਸਿਲੈਕਸ਼ਨ ਹੁੰਦੀ ਹੈ ਉਹਨਾਂ ਦੀ 90% ਪਲੱਸ ਇਹਦੇ ਵਿੱਚੋਂ ਨੰਬਰ ਹੁੰਦੇ ਹੀ ਹੁੰਦੇ ਆ, ਰਾਈਟ। ਜੇ 40 ਨੰਬਰਾਂ ਦਾ ਮੰਨ ਲਓ, ਚਲੋ 40 ਚੋਂ 40 ਤਾਂ ਨਹੀਂ ਸਹੀ ਹੁੰਦੇ, ਘੱਟੋ ਘੱਟ 35+ ਜਾਂ 36+ ਤੁਹਾਡੇ ਰਾਈਟ ਹੋਣੇ ਚਾਹੀਦੇ ਹੀ ਚਾਹੀਦੇ ਆ। ਐਂਡ ਜੇਕਰ ਇਹ ਰਾਈਟ ਨਹੀਂ ਹੁੰਦੇ ਤਾਂ ਤੁਸੀਂ ਐਂ ਮੰਨ ਲਓ ਵੀ ਬਹੁਤ ਜਾਣਿਆਂ ਤੋਂ ਪਿੱਛੇ ਹੋ, ਠੀਕ ਹੈ। ਭਲੇਖੇ ਮੈਂ ਉਹਨਾਂ ਦੇ ਦੂਰ ਕਰ ਦਿੰਦਾ ਜਿਨ੍ਹਾਂ ਕੋਲੇ ਕੋਈ ਕੈਟਾਗਰੀ ਆ। ਮੈਂ ਜੀ SC ਤੋਂ ਆ, ਮੈਂ ST ਤੋਂ ਆ, ਮੈਂ BC ਤੋਂ ਆ, ਤਾਂ ਮੈਂ ਮੈਥ ਛੱਡ ਸਕਦਾ।
अजकल वो चीज़ नहीं रही। मैं पहले ही कह रहा कि एक्चुअल दे विच कैटागरी दे विच कंपीटीशन इस करके आ कि एक्चुअल दे विच उन्हां नूं ऐं लगदा कि असीं तां चलो जे थोड़ा जिहा घੱਟ भी पढ़ लांगे ना ਤਾਂ ਵੀ ਚੱਲ ਜੂਗਾ। ਆਹੀ ਭੁਲੇਖਾ ਉਹਨਾਂ ਨੂੰ ਮਾਰ ਜਾਂਦਾ। ਸਗੋਂ ਮੇਰੇ ਹਿਸਾਬ ਦੇ ਨਾਲ ਜੇਕਰ ਤੁਹਾਨੂੰ ਬੈਨੀਫਿਟ ਮਿਲਿਆ ਹੋਇਆ ਕੈਟਾਗਰੀ ਦਾ ਤਾਂ ਤੁਹਾਨੂੰ ਦੂਸਰਿਆਂ ਨਾਲ ਵੱਧ ਪੜ੍ਹਨਾ ਚਾਹੀਦਾ ਕਿ ਜੇਕਰ ਮੈਂ ਥੋੜੇ ਜਿਹੇ ਨੰਬਰ ਵੀ ਜ਼ਿਆਦਾ ਲੈ ਗਿਆ ਮੇਰੀ ਤਾਂ ਸਿਲੈਕਸ਼ਨ ਪੱਕਾ ਹੀ ਹੈ। ਤੁਸੀਂ ਵੀ ਆਪਣੇ ਆਪ ਨੂੰ ਬਾਉਂਡਰੀ ਦੇ ਵਿੱਚ ਜੇਕਰ ਲੈ ਆਉਣੇ ਹੋ ਤਾਂ ਮਾੜਾ ਕੰਮ ਹੈ, ਰਾਈਟ ਹੈ। ਚਲੋ ਜਨਰਲ ਦੀ ਤਾਂ ਪਤਾ ਵੀ ਆਪਾਂ ਨੂੰ ਕੱਟ ਆਫ ਜ਼ਿਆਦਾ ਜਾਂਦੇ, ਜੇਕਰ ਤੁਸੀਂ ਕੈਟਾਗਰੀ ਦੇ ਵਿੱਚ ਵੀ ਸਿਲੈਕਸ਼ਨ ਲੈਣ ਦੇ ਮਾਰੇ ਤੁਸੀਂ ਇੱਕ ਅੱਧਾ ਸਬਜੈਕਟ ਛੱਡ ਕੇ ਜਾ ਰਹੇ ਹੋ ਤਾਂ ਕਸੂਰ ਤੁਹਾਡਾ। ਤੇ ਬਾਕੀ ਉਹ ਟਾਈਮ ਹੁਣ ਨਹੀਂ ਰਿਹਾ ਕਿ ਕੈਟਾਗਰੀ ਆ ਜੀ ਨੰਬਰ ਜਿਵੇਂ ਕਿ ਕਹਿੰਦੇ ਹੁੰਦੇ ਵੀ ਇੱਕ ਅੱਧਾ ਸਬਜੈਕਟ ਛੱਡ ਕੇ ਚੱਲ ਜਾਊਗਾ, ਹੁਣ ਨਹੀਂ ਉਹ ਕੰਪੀਟੀਸ਼ਨ ਰਿਹਾ। ਹੁਣ ਕੈਟਾਗਰੀ ਦੇ ਵਿੱਚ ਵੀ ਕੰਪੀਟੀਸ਼ਨ ਪੂਰਾ, ਖਾਸ ਕਰਕੇ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਪਟਵਾਰੀ ਦਾ ਪ੍ਰੀਲਿਮਸ ਹੋਇਆ, ਚਲੋ ਉੱਥੇ 10 ਗੁਣਾ ਚੱਕਿਆ, BC ਦੀ ਕੱਟ ਆਫ ਜ਼ਿਆਦਾ ਜਾਵੜੀ, ਰਾਈਟ। ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੇਖਣ ਨੂੰ ਚੀਜ਼ਾਂ ਮਿਲ ਸਕਦੀਆਂ ਕਿ ਹੁਣ ਕੈਟਾਗਰੀ ਦਾ ਉਹ ਚੀਜ਼ਾਂ ਨਹੀਂ ਰਹੀਆਂ, ਰਾਈਟ। ਸੋ ਆਪਣੀ ਤਿਆਰੀ ਤੁਹਾਨੂੰ ਕਰਨੀ ਹੀ ਪਊਗੀ। ਸੋ ਹੁਣ ਮੈਥ ਰੀਜ਼ਨਿੰਗ ਹੈ, ਯਾਨੀ ਸਭ ਤੋਂ ਪਹਿਲਾਂ ਤੁਹਾਡਾ ਕਿਸੇ ਵੀ ਪੇਪਰ ਨੂੰ, ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਹੋ, ਤੁਹਾਡਾ ਸਭ ਤੋਂ ਪਹਿਲਾਂ ਅਟੈਕ ਇਸ 'ਤੇ ਹੋਣਾ ਚਾਹੀਦਾ ਕਿ ਜੇਕਰ ਤੁਹਾਡਾ ਹਜੇ ਤੱਕ ਵੀ ਮੈਥ ਰੀਜ਼ਨਿੰਗ ਦੇ ਵਿੱਚੋਂ ਤੁਹਾਡੇ 90% ਪਲੱਸ ਨਹੀਂ ਆ ਰਹੇ, ਜਿਵੇਂ ਹੁਣ PSPCL ਦੀ ਗੱਲ ਕਰਦਾ ਮੈਂ, PSPCL LDC ਦੇ ਵਿੱਚ 25 ਨੰਬਰਾਂ ਦੀ ਰੀਜ਼ਨਿੰਗ ਆ, 25 ਨੰਬਰਾਂ ਦਾ ਮੈਥ ਹੈ। ਜੇ ਹੁਣ ਤੁਸੀਂ ਹਜੇ ਵੀ ਇਹਦੇ ਵਿੱਚ ਵੀਕ ਹੋ ਤਾਂ PSPCL LDC ਤਾਂ ਨਹੀਂ ਹੋਣ ਲੱਗਿਆ, ਰਾਈਟ ਆ। ਸੇਮ ਤੁਹਾਡਾ PSSSB ਕਲਰਕ ਵੀ ਆਊਗਾ, ਸੇਮ ਤੁਹਾਡਾ ਐਕਸਾਈਜ਼ ਇੰਸਪੈਕਟਰ ਦੇ ਵਿੱਚ ਵੀ ਮੈਥ ਰੀਜ਼ਨਿੰਗ ਹੈਗਾ, ਸੋ ਸੇਮ ਤੁਹਾਡਾ ਪਟਵਾਰੀ ਦੇ ਵਿੱਚ ਵੀ ਸੀ, ਸੇਮ ਤੁਹਾਡਾ ਕੋਆਪਰੇਟਿਵ ਬੈਂਕ ਦੇ ਵਿੱਚ ਸੀ। ਯਾਨੀ ਕਿ ਇਹ ਤਾਂ ਤੁਹਾਨੂੰ ਕਰ ਲੈਣਾ ਚਾਹੀਦਾ ਸੀ ਹੁਣ ਤੱਕ, ਜੇ ਨਹੀਂ ਕੀਤਾ ਤਾਂ ਹਜੇ ਵੀ ਇਹਨੂੰ ਕਰ ਲਓ। ਤੇ ਇਹ ਇਹੋ ਜਿਹਾ ਕੰਪਲੀਟ ਹੋਣਾ ਚਾਹੀਦਾ, ਚੈਪਟਰ ਵਾਈਜ਼ ਕੰਪਲੀਟ ਹੋਣਾ ਚਾਹੀਦਾ, ਟੌਪਿਕ ਵਾਈਜ਼ ਕੰਪਲੀਟ ਹੋਣਾ ਚਾਹੀਦਾ, ਤੁਹਾਡੇ ਵੱਲੋਂ ਇੱਕ ਵੀ ਚੈਪਟਰ ਛੱਡਿਆ ਨਹੀਂ ਜਾਣਾ ਚਾਹੀਦਾ। 100% ਤੁਸੀਂ ਕਰਨਾਗਾ ਤੇ ਫਿਰ ਉਸ ਤੋਂ ਬਾਅਦ ਐਕੂਰੇਸੀ ਜਿਹੜੀ ਕਿ ਤੁਸੀਂ ਮੈਥ ਰੀਜ਼ਨਿੰਗ ਦੇ ਵਿੱਚ ਪੱਕਾ ਹੀ ਲਿਆ ਸਕਦੇ ਹੋ, 200% ਲਿਆ ਸਕਦੇ ਹੋ ਕਿ ਤੁਹਾਡੀ ਐਕੂਰੇਸੀ ਹੈ ਜਿਹੜੀ ਉਹ, ਕਿਉਂਕਿ ਕੁਐਸਚਨ ਪੜ੍ਹਿਆ ਆਨਸਰ ਨਿਕਲਿਆ ਤੁਹਾਨੂੰ ਪਤਾ ਹੁੰਦਾ ਵੀ ਹਾਂ ਇਹ ਰਾਈਟ ਹੈ। ਹਜੇ GK ਦੇ ਵਿੱਚ ਵੀ ਡਾਊਟ ਪੈ ਸਕਦਾ ਗਾ, ਕੰਪਿਊਟਰ ਦੇ ਵਿੱਚ ਵੀ ਡਾਊਟ ਪੈ ਸਕਦਾ, ਇੰਗਲਿਸ਼ ਦੇ ਵਿੱਚ ਵੀ ਡਾਊਟ ਪੈ ਸਕਦਾ, ਬਾਕੀ ਪੋਰਸ਼ਨਾਂ ਦੇ ਵਿੱਚ ਡਾਊਟ ਪੈ ਸਕਦਾ, ਇੱਥੇ ਨਹੀਂ ਡਾਊਟ ਪੈਂਦਾ। ਯਾਨੀ ਤੁਸੀਂ ਇਹਦੇ ਵਿੱਚ ਮਾਰ ਕਿਉਂ ਖਾ ਰਹੇ ਹੋ, ਇਹ ਮੈਨੂੰ ਹਜੇ ਤੱਕ ਗੱਲ ਨਹੀਂ ਸਮਝ ਲੱਗ ਰਹੀ। ਜਦੋਂ ਤੁਹਾਨੂੰ ਪਤਾ ਕਿ ਇਲੈਕਸ਼ਨਾਂ ਦਾ ਟਾਈਮ ਆ, ਇਲੈਕਸ਼ਨਾਂ ਦੇ ਕੋਲੇ ਆ ਕੇ ਵੈਕੈਂਸੀਆਂ ਆਊਟ ਹੋਣੀਆਂ ਹੀ ਹੋਣੀਆਂ, ਫਿਰ ਵੀ ਆਪਾਂ ਜੇਕਰ ਇੱਥੇ ਮਾਰ ਖਾ ਰਹੇ ਹਾਂ ਤਾਂ ਕਸੂਰ ਆਪਣਾ, ਰਾਈਟ। ਸੋ ਪਹਿਲੀ ਗੱਲ ਤਾਂ ਕਸੂਰ ਮੰਨੋ। ਫਿਰ ਮੈਂ ਇਹੀ ਕਹਿਣਾ ਹੁੰਦਾ ਕਿ ਜੇਕਰ ਚਲੋ ਠੀਕ ਹੈ ਕਿ ਮੰਨ ਲਓ ਤੁਸੀਂ ਕਸੂਰ ਮੰਨ ਵੀ ਲਿਆ ਤੇ ਉਸ ਤੋਂ ਬਾਅਦ ਉਹਦੇ ਤੇ ਰੈਗਰੇਟ ਨਹੀਂ ਕਰੀਦਾ। ਮੈਨੂੰ ਬਹੁਤ ਸਾਰੇ ਕਾਲ ਆਉਂਦੇ ਕਿ ਸਰ ਮੈਂ ਕਾਸ਼ ਮੈਥ ਰੀਜ਼ਨਿੰਗ ਪਹਿਲਾਂ ਕਰ ਲੈਂਦਾ। ਜਿੱਥੋਂ ਵੀ ਤੁਸੀਂ ਕਰਨਾ, ਜਿਹੜੇ ਵੀ ਇੰਸਟੀਟਿਊਟ ਤੋਂ ਪੜ੍ਹਦੇ ਹੋ, ਜਿਹਦੀ ਵੀ ਸਮਝ ਲੱਗਦੀ ਆ, ਜਿੱਥੋਂ ਮਰਜ਼ੀ ਪੜ੍ਹੋ, ਬਟ ਇਹਨੂੰ ਕੰਪਲੀਟ ਕਰੋ। ਮੈਥ ਰੀਜ਼ਨਿੰਗ ਨੂੰ ਕੰਪਲੀਟ ਕਰਨਾ ਲਾਜ਼ਮੀ ਹੈ, ਰਾਈਟ ਹੋ ਗਿਆ। ਹੁਣ ਦੂਸਰੇ ਨੰਬਰ ਤੇ ਆ ਜਾਓ। ਦੂਸਰੇ ਨੰਬਰ ਤੇ ਜਿਹਨੂੰ ਆਪਾਂ ਇਗਨੋਰ ਕਰਦੇ ਹਾਂ ਉਹ ਹੈਗੀ ਤੁਹਾਡੀ ਪੰਜਾਬੀ। ਪੰਜਾਬੀ ਨੂੰ ਆਪਾਂ ਇੰਨਾ ਜ਼ਿਆਦਾ ਇਗਨੋਰ ਕਰ ਜਾਂਦੇ ਹਾਂ ਕਿ ਆਪਾਂ ਤਾਂ ਕਹਿੰਦੇ ਆ ਵੀ ਭਾਈ ਆਪਾਂ ਤਾਂ ਪੰਜਾਬੀ ਆ, ਪੰਜਾਬੀ ਤਾਂ ਆਉਂਦੀ ਹੀ ਹੋਊ, ਰਾਈਟ। ਪੰਜਾਬੀ ਨੂੰ ਆਪਾਂ ਇੰਨਾ ਇਗਨੋਰ ਕਰ ਜਾਂਦੇ, ਪਟਵਾਰੀ ਦੇ ਵਿੱਚ ਵੀ ਪੰਜਾਬੀ ਗਲਤ ਹੋ ਗਈ। ਸੋ ਪੰਜਾਬੀ ਵੀ ਉਹੀ ਗੱਲ ਵੀ ਆਪਾਂ ਕਿਸੇ ਚੀਜ਼ ਨੂੰ ਪ੍ਰੈਡਿਕਟ ਕਰ ਹੀ ਨਹੀਂ ਸਕਦੇ। ਸੋ ਇਹ ਤਾਂ ਲਾਜ਼ਮੀ ਹੈ ਕਿ 9ਵੀਂ 10ਵੀਂ ਦੀ ਤੁਸੀਂ ਬੁੱਕ ਪੜ੍ਹਨੀ ਹੀ ਪੜ੍ਹਨੀ ਹੈ। ਅੱਜ ਕੱਲ੍ਹ ਕੀ ਆਉਣ ਲੱਗ ਗਿਆ, ਪੰਜਾਬੀ ਗ੍ਰਾਮਰ ਤਾਂ ਸਾਰਿਆਂ ਨੂੰ ਆਉਂਦੀ ਆ ਕਿ ਨਾਮ ਕਿੰਨੇ ਤਰ੍ਹਾਂ ਦੇ, ਪੜਨਾਮ ਕਿੰਨੇ ਤਰ੍ਹਾਂ ਦੇ, ਫਲਾਨਾ ਧਿਉਂਕਾ ਸਭ ਕੁਛ ਹੈ। ਜਿਹੜੇ ਔਖੇ ਕਰਦੇ ਤੁਹਾਨੂੰ ਉਹ ਮੁਹਾਵਰੇ ਔਖੇ ਕਰਦੇ ਆ, ਰਾਈਟ। ਮੁਹਾਵਰੇ ਵਗੈਰਾ ਹੋ ਗਏ, ਅਖਾਣਾਂ ਹੋ ਗਈਆਂ, ਸਪੈਲਿੰਗ ਹੋ ਗਏ, ਰਾਈਟ ਆ। ਕੁਛ ਨਾ ਕੁਛ ਯਾਨੀ ਇਹਦੇ ਵਿੱਚ ਆ ਜਾਂਦਾ, ਠੀਕ ਹੈ। ਸੋ 9ਵੀਂ 10ਵੀਂ ਦੀ ਕਿਤਾਬਾਂ ਤਾਂ ਪੜ੍ਹਨੀਆਂ ਤੇ ਇੱਕ ਲੇਖ ਰਚਨਾ ਦੀਆਂ ਵੀ ਬੁੱਕਸ ਆਉਂਦੀਆਂ ਇਹਨਾਂ ਦੀਆਂ, ਲੇਖ ਰਚਨਾ ਵੀ ਪੜ੍ਹਿਆ ਕਰੋ। ਤੁਹਾਨੂੰ ਥੋੜ੍ਹੀ ਜਿਹੀ ਪੰਜਾਬੀ ਉਹ ਵੀ ਸਿਖਾ ਕੇ ਜਾਊ। ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਇੰਗਲਿਸ਼ ਨੂੰ ਸਟਰੋਂਗ ਕਰਨ ਵਾਸਤੇ ਤੁਸੀਂ ਨਾਵਲ ਪੜ੍ਹੋ, ਕਹਿੰਦੇ ਆ ਕਿ ਨਹੀਂ ਆਪਾਂ ਨਾਵਲਸ ਪੜ੍ਹਨੇ ਚਾਹੀਦੇ ਆ, ਮੈਗਜ਼ੀਨ ਪੜ੍ਹਨੇ ਚਾਹੀਦੇ ਆ। ਸੋ ਪੰਜਾਬੀ ਵੀ ਕੋਈ ਆਪਣੀ ਬਹੁਤ ਜ਼ਿਆਦਾ ਰਿਚ ਨਹੀਂ ਹੈਗੀ। ਆ ਜਿਹੜੀ ਮੈਂ ਪੰਜਾਬੀ ਬੋਲੀ ਜਾਂਦੇ ਤਾਂ ਮਾਡਰਨ ਪੰਜਾਬੀ ਆ। ਐਕਚੁਅਲ ਪੇਪਰ ਦੇ ਵਿੱਚ ਜੇ ਤੁਸੀਂ ਹਿੰਦੀ ਵੀ ਆਪਾਂ ਬੋਲ ਲੈਂਦੇ, ਹਿੰਦੀ ਗ੍ਰਾਮਰ ਕਰਕੇ ਦੇਖੋ, ਠੀਕ ਹੈ ਨਾ। ਸੋ ਹਿੰਦੀ ਗ੍ਰਾਮਰ ਕਰਕੇ ਦੇਖੋ, ਬਿਲਕੁਲ ਨਹੀਂ ਆਉਣਾ ਕੁਛ। ਤਾਂ ਉਹੀ ਚੀਜ਼ ਆ ਕਿ ਪੰਜਾਬੀ ਨੂੰ ਇੰਨਾ ਜ਼ਿਆਦਾ, ਹੁਣ ਮੈਂ ਤੁਹਾਨੂੰ ਦੱਸਦਾ, ਪਹਿਲਾਂ ਹੀ ਦੱਸ ਰਿਹਾ, PSSSB ਦੇ ਵਿੱਚ ਇੱਕ ਤਾਂ ਕਲਰਕਾਂ ਦੀਆਂ, ਇੱਕ ਸੀਨੀਅਰ ਅਸਿਸਟੈਂਟ ਦੀ ਨਾ ਨਿਕਲਦੀ ਹੁੰਦੀ ਹੈ ਪੋਸਟ। ਸੀਨੀਅਰ ਅਸਿਸਟੈਂਟ ਦੇ ਵਿੱਚ ਪੰਜਾਬੀ ਦਾ ਲੈਵਲ ਜ਼ਬਰਦਸਤ ਆਊਗਾ, ਵਧੀਆ ਆਊਗਾ, ਤੇ ਉਹ ਪੰਜਾਬੀ ਤੋਂ ਸੋਲਵ ਨਹੀਂ ਹੋਣੀ, ਚਾਹੇ ਤੁਸੀਂ ਪਿਛਲਾ ਪੇਪਰ ਚੱਕ ਕੇ ਦੇਖ ਲਿਓ, ਠੀਕ ਹੈ। ਸੋ ਕਹਿਣ ਦਾ ਮਤਲਬ ਕੀ ਆ, ਉਹਦੀਆਂ ਵੈਕੈਂਸੀਆਂ ਵੀ ਆਊਟ ਹੋਣ ਵਾਲੀਆਂ, ਬਹੁਤ ਵੈਕੈਂਸੀਆਂ ਜਿਹੜੀਆਂ ਕਿ ਫੂਡ ਇੰਸਪੈਕਟਰ ਹੋ ਗਿਆ, ਬਹੁਤ ਸਾਰੀਆਂ ਵੈਕੈਂਸੀਆਂ ਜਿਹੜੀਆਂ ਆਊਟ ਹੋ ਸਕਦੀਆਂ। ਹਾਂ, ਇਹ ਕੋਈ ਜ਼ਰੂਰੀ ਨਹੀਂ ਕਿ ਚਲੋ ਇਲੈਕਸ਼ਨਾਂ ਤੋਂ ਪਹਿਲਾਂ ਹੀ ਸਾਰੀਆਂ ਵੈਕੈਂਸੀਆਂ ਆਊਟ ਹੋਣ। ਮੈਂ ਤਾਂ ਹੁਣ ਚਾਹੁੰਦਾ ਵੀ ਨਹੀਂ ਇਸ ਚੀਜ਼ ਨੂੰ ਕਿ ਹਾਂ ਵੀ, ਕਿਉਂਕਿ ਜਾਂ ਤਾਂ ਇਲੈਕਸ਼ਨਾਂ ਹੀ ਲੇਟ ਹੈ ਤੇ ਜਾਂ ਫਿਰ ਪੇਪਰਾਂ ਨੂੰ ਸਹੀ ਢੰਗ ਦੇ ਨਾਲ ਲੈ ਲਿਆ ਜਾਵੇ। ਇਹ ਪੇਪਰਾਂ ਦੇ ਵਿੱਚ ਜੋ ਕੋਆਪਰੇਟਿਵ ਬੈਂਕ ਦੇ ਵਿੱਚ ਹੋਇਆ ਜਾਂ ਉਸ ਤੋਂ ਪਹਿਲਾਂ ਪਟਵਾਰੀ ਦੇ ਵਿੱਚ ਹੋਇਆ, ਕਿਉਂ ਹੋ ਰਿਹਾ? ਕਿਉਂਕਿ ਸਰਕਾਰ ਜਲਦਬਾਜ਼ੀ ਕਰ ਰਹੀ ਆ। ਸੋ ਇਸ ਤੋਂ ਵਧੀਆ ਤਾਂ ਇਹੀ ਹੈ ਕਿ ਘੱਟੋ ਘੱਟ ਉਹਨਾਂ ਨੂੰ ਸਾਂਭ ਕੇ ਰੱਖ ਲਓ। ਪੋਸਟਾਂ ਤਾਂ ਇਹਨਾਂ ਨੂੰ ਭਰਨੀਆਂ ਹੀ ਪੈਣੀਆਂ, ਇਹ ਨਹੀਂ ਹੋ ਸਕਦਾ ਕਿ ਪੋਸਟਾਂ ਵੈਕੈਂਸੀ ਭਰ ਲੈਣੀ। ਘੱਟੋ ਘੱਟ ਪੇਪਰ ਵਧੀਆ ਤਰੀਕੇ ਦੇ ਨਾਲ ਹੋ ਜਾਊਗਾ। ਚਲੋ ਉਹ ਆਪਣੀ ਆਪਣੀ ਮਨਸ਼ਾ, ਹਰੇਕ ਦੀ ਆਪਣਾ ਆਪਣਾ ਤਰੀਕਾ। ਸੋ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਪੰਜਾਬੀ ਨੂੰ ਇਗਨੋਰ ਕਰਨਾ ਨਹੀਂ, ਘੱਟੋ ਘੱਟ ਪੰਜਾਬੀ ਦੇ ਮੁਹਾਵਰੇ, ਲੇਖ ਰਚਨਾ ਇਹਨਾਂ ਨੂੰ ਪੜ੍ਹ ਕੇ ਜਾਓ। 9ਵੀਂ 10ਵੀਂ ਦੀਆਂ ਕਿਤਾਬਾਂ ਪੜ੍ਹ ਕੇ ਜਾਓ,
ਉਹਨਾਂ ਦੇ ਵਿੱਚੋਂ ਹੀ ਆਊਗਾ। ਜਿਵੇਂ ਤੁਸੀਂ ਕੋਆਪਰੇਟਿਵ ਬੈਂਕ ਦਾ ਪੇਪਰ ਦੇਖੋਗੇ ਤਾਂ ਤੁਹਾਨੂੰ ਸਾਰਾ 9ਵੀਂ 10ਵੀਂ ਦੇ ਵਿੱਚੋਂ ਮਿਲ ਜੂਗਾ, ਰਾਈਟ। ਈਵਨ ਕਿ ਜੇ ਤੁਸੀਂ 11ਵੀਂ 12ਵੀਂ ਵੀ ਪੜ੍ਹ ਸਕਦੇ ਹੋ ਤਾਂ ਪੜ੍ਹੋ, ਕਿਉਂਕਿ ਅੱਜ ਦਾ ਕੰਪੀਟੀਸ਼ਨ ਹੈ। ਇੱਕ ਵੀ ਨੰਬਰ ਛੁੱਟਦਾ ਤਾਂ ਓਬਵੀਅਸਲੀ ਗੱਲ ਆ ਤੁਹਾਡਾ ਰੈਂਕ ਪਿੱਛੇ ਚਲਾ ਜਾਊਗਾ। ਠੀਕ ਹੋ ਗਿਆ। ਸੋ ਇਹਨੂੰ ਪੜ੍ਹੋ ਭਾਈ। ਇੱਕ ਹੋਰ ਤਰੀਕਾ ਪੜ੍ਹਾਈ ਦਾ ਕਰਨ ਦਾ ਤਰੀਕਾ ਕੀ ਆ ਕਿ ਕਦੇ ਵੀ ਬੋਰਿੰਗ ਤਰੀਕੇ ਦੇ ਨਾਲ ਨਾ ਪੜ੍ਹੋ। ਜਿਵੇਂ ਪੜ੍ਹਾਉਣ ਵਾਲਾ ਤਰੀਕਾ, ਜਿਵੇਂ ਮੈਂ ਪੜ੍ਹਾ ਰਿਹਾ, ਮੇਰੇ ਕੋਲੇ ਪੈਸ਼ਨ ਹੈ, ਤੁਹਾਨੂੰ ਪੈਸ਼ਨ ਦਿੰਦਾ ਹੋਊਗਾ ਕਿ ਮੈਂ ਕਿਸ ਤਰੀਕੇ ਦੇ ਨਾਲ ਜਿਹੜਾ ਵੀ ਸਬਜੈਕਟ ਪੜ੍ਹਾਉਣਾ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਪੈਸ਼ਨ, ਯਾਨੀ ਕਿੰਨਾ ਉਹਦੇ ਵਿੱਚ ਪੈਸ਼ਨ ਹੁੰਦਾ ਗਾ। ਉਹੀ ਪੈਸ਼ਨ ਤੁਹਾਡੇ ਪੜ੍ਹਨ ਦੇ ਵਿੱਚ ਹੋਣਾ ਚਾਹੀਦਾ ਗਾ। ਫਿਰ ਟਾਈਮ ਦਾ ਖਿਆਲ ਨਹੀਂ ਹੋਣਾ ਚਾਹੀਦਾ। ਕਈ ਕਾਲਾਂ ਮੈਨੂੰ ਇਹੀ ਆ ਜਾਂਦੀਆਂ ਕਿ ਸਰ ਇੱਕ ਦਿਨ ਦੇ ਵਿੱਚ 6 ਘੰਟੇ ਪੜ੍ਹਨਾ ਚਾਹੀਦਾ, 7 ਘੰਟੇ ਪੜ੍ਹਨਾ ਚਾਹੀਦਾ। ਮੰਨ ਲਓ ਮੈਂ 6 ਘੰਟੇ ਕਹਤੇ ਤੇ 6 ਘੰਟੇ ਤੁਸੀਂ 5 ਮਿੰਟ ਪੜ੍ਹ ਲਓਗੇ, 10 ਮਿੰਟ ਪੜ੍ਹ ਲਓਗੇ, 7 ਘੰਟੇ ਪੜ੍ਹ ਲਓਗੇ, ਕੀ ਫਰਕ ਪੈ ਜਾਊਗਾ? ਠੀਕ ਹੈ ਨਾ। ਸੋ ਆਪਣੀ ਹਰੇਕ ਦੀ ਕਪੈਸਿਟੀ ਅੱਡ ਅੱਡ ਹੈ। ਕੋਈ ਰਾਤ ਨੂੰ ਪੜ੍ਹਦਾ, ਕੋਈ ਦਿਨੇ ਪੜ੍ਹਦਾ, ਕੋਈ ਸਵੇਰੇ 4 ਵਜੇ ਉੱਠਦਾ, ਕੋਈ ਸਵੇਰੇ 4 ਵਜੇ ਪੈਂਦਾ। ਸੋ ਇਹ ਹਰ ਇੱਕ ਦੀ ਆਪਣੀ ਆਪਣੀ ਕਪੈਸਿਟੀ ਹੈ। ਤੁਸੀਂ ਉਸ 'ਤੇ ਕੁਐਸਚਨ ਕਰ ਹੀ ਨਹੀਂ ਸਕਦੇ। ਆਪਣੀ ਕਪੈਸਿਟੀ ਦੇ ਮੁਤਾਬਕ ਤੁਸੀਂ ਜਿੰਨਾ ਟਾਈਮ ਜਿਵੇਂ ਕੱਢ ਸਕਦੇ ਹੋ ਉਨਾ ਹੀ ਘੱਟ ਰਹੂਗਾ ਪੇਪਰ ਵਾਲੇ ਦਿਨਾਂ ਦੇ ਵਿੱਚ। ਜੇਕਰ ਕਾਮਯਾਬ ਹੋਣਾ ਤਾਂ ਪੜ੍ਹਨਾ ਪਊਗਾ, ਉਸ 'ਤੇ ਕੁਐਸਚਨ ਕਰਨ ਦੀ ਲੋੜ ਹੀ ਨਹੀਂ। ਕਾਫੀ ਜਾਣੇ ਕੋਰਸ ਲੈਣ ਬਾਰੇ ਪੁੱਛ ਲੈਂਦੇ ਆ ਕਿ ਸਰ ਜੀ ਅਸੀਂ ਜੇ ਕੋਰਸ ਲੈ ਲਿਆ ਤਾਂ ਮੇਰਾ ਕੰਪਲੀਟ ਹੋ ਜਾਊਗਾ। ਹੁਣ ਮੈਨੂੰ ਐਂ ਦੱਸੋ ਵੀ ਜੇ ਤੁਸੀਂ 4 ਰੋਟੀਆਂ ਖਾ ਲਈਆਂ ਤਾਂ ਤੁਸੀਂ ਰੱਜ ਗਏ ਜਾਂ ਨਹੀਂ ਰੱਜ ਗਏ? ਤੁਸੀਂ ਦੱਸ ਸਕਦੇ ਹੋ ਕਿ ਮੈਂ ਦੱਸੂਗਾ, ਰਾਈਟ। ਸੋ ਕਹਿਣ ਦਾ ਮਤਲਬ ਕੀ ਆ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਪੜ੍ਹਦੇ ਹੋ ਤਾਂ ਉਹਨੂੰ ਥੋਰੋਲੀ ਪੜ੍ਹੋ, ਕੰਪਲੀਟ ਪੜ੍ਹੋ, ਐਂਡ ਥੋੜਾ ਜਿਹਾ ਦਿਮਾਗ ਨੂੰ ਕੰਸਨਟਰੇਟ ਹੋ ਕੇ, ਯਾਨੀ ਨੈਟ ਵਗੈਰਾ ਬੰਦ ਕਰਕੇ, YouTube ਵਗੈਰਾ ਬੰਦ ਕਰਕੇ, ਜਦੋਂ ਖਾਸ ਕਰਕੇ ਪੜ੍ਹਾਈ ਕਰਨੀ ਆ ਆਫਲਾਈਨ। ਠੀਕ ਹੈ। ਜੇ ਤੁਸੀਂ ਆਨਲਾਈਨ ਪੜ੍ਹਾਈ ਕਰਦੇ ਹੋ ਤਾਂ ਬਾਕੀ ਸੋਰਸ ਬੰਦ ਹੋਣੇ ਚਾਹੀਦੇ। ਚਲੋ ਹੁਣ ਆਨਲਾਈਨ ਪੜ੍ਹਾਈ ਹੋਣ ਲੱਗ ਗਈ ਤਾਂ ਬਾਕੀ ਸੋਰਸ ਘੱਟੋ ਘੱਟ ਬੰਦ ਹੋਣੇ ਚਾਹੀਦੇ ਆ। ਇੰਨਾ ਕੁ ਤੁਹਾਨੂੰ ਕੰਸਨਟਰੇਟ ਕਰਨਾ ਹੀ ਪਊਗਾ ਆਪਣੇ ਆਪ ਨੂੰ। ਚਲੋ ਠੀਕ ਆ, ਆਹ ਸਾਲ ਤਾਂ ਲੰਘ ਗਿਆ, ਵੈਕੈਂਸੀਆਂ ਤਾਂ ਆਊਟ ਹੋਣੀਆਂ ਹੀ ਹੋਣੀਆਂ, ਅਗਲੇ ਸਾਲ ਵੀ ਹੋਣੀਆਂ, ਉਸ ਤੋਂ ਅਗਲੇ ਸਾਲ ਵੀ ਹੋਣੀਆਂ। ਆਪਣੇ ਆਪ ਨੂੰ ਜੇਕਰ ਤੁਸੀਂ 6-7 ਮਹੀਨੇ, ਸਾਲ ਟਾਈਮ ਇੱਕ ਪ੍ਰੋਪਰ ਢੰਗ ਦੇ ਨਾਲ, ਪ੍ਰੋਪਰ ਗਾਈਡੈਂਸ ਦੇ ਵਿੱਚ ਦੇ ਲਓਗੇ, ਕੋਈ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਪੇਪਰ ਕਰੈਕ ਨਾ ਹੋਵੇ। ਹੁਣ ਵੀ ਕੋਈ ਕੰਪੀਟੀਸ਼ਨ ਪੰਜਾਬ ਦੇ ਵਿੱਚ ਬਹੁਤਾ ਨਹੀਂ ਹੈਗਾ, ਸਿਰਫ ਬੇਰੁਜ਼ਗਾਰੀ ਵਧੀ ਹੈ ਐਂਡ ਫਾਰਮਾਂ ਦੀ ਲਿਸਟ ਵਧੀ ਹੈ ਕਿ ਫਾਰਮਾਂ ਯਾਨੀ ਕਿ ਇੰਨੇ ਜ਼ਿਆਦਾ ਅਪੀਅਰ ਹੋ ਗਏ ਜਵਾਕ। ਹਜੇ ਵੀ ਕੰਪੀਟੀਸ਼ਨ ਉਹੀ ਹੈ। ਓਬਵੀਅਸਲੀ ਗੱਲ ਆ, ਕੋਈ ਨੰਬਰ ਹਜੇ ਵੀ ਬਹੁਤ ਜ਼ਿਆਦਾ ਮਾਰਕਾ ਮਾਰ ਕੇ ਆ ਨਹੀਂ ਰਹੇ। ਉਨੇ ਕੀ ਨੰਬਰ ਆਉਂਦੇ ਆ ਜਿਹੜੇ ਪਿਛਲੇ ਆਪਾਂ 2-3 ਸਾਲਾਂ ਤੋਂ ਦੇਖਦੇ ਆਉਣੇ ਆ, ਰਾਈਟ। ਸੋ ਇਹ ਰਿਐਲਿਟੀ ਆ, ਓਬਵੀਅਸਲੀ ਗੱਲ ਆ। ਠੀਕ ਹੈ। ਸੋ ਇਹਨਾਂ ਚੀਜ਼ਾਂ ਤੇ ਗੌਰ ਕਰੋ, ਆਪਣੇ ਆਪ ਨੂੰ ਪਛਾਣੋ, ਕਿੱਥੇ ਕਿੱਥੇ ਕਮੀਆਂ ਉਹਨਾਂ ਨੂੰ ਕਰੋ। ਪੂਰੇ ਇੰਡੀਆ ਦੇ ਵਿੱਚ ਸਭ ਤੋਂ ਘੱਟ ਕੰਪੀਟੀਸ਼ਨ ਪੰਜਾਬ ਦੇ ਵਿੱਚ ਹੁੰਦਾ, ਖਾਸ ਕਰਕੇ ਕਿਉਂਕਿ ਪੰਜਾਬੀ ਲੈਂਗੁਏਜ ਆ। ਤਾਂ ਇਸ ਕਰਕੇ ਜੇ ਪੰਜਾਬੀ ਲੈਂਗੁਏਜ ਨੂੰ ਹਟਾ ਦਿੱਤਾ ਜਾਵੇ ਤਾਂ ਹਰਿਆਣਾ, ਬਿਹਾਰ ਬਹੁਤ ਤਿਆਰ ਬੈਠਾਗਾ ਵੈਕੈਂਸੀਆਂ ਲੈਣ ਵਾਸਤੇ। ਠੀਕ ਹੈ। ਸੋ ਜੇਕਰ ਆਪਾਂ ਨੂੰ ਇਹ ਓਪਰਚੁਨਿਟੀ ਮਿਲੀ ਹੈ, ਮੈਂ ਤਾਂ ਈਵਨ ਕਿ ਕਹਿਣਾ ਹੁੰਦਾ, ਜਿਵੇਂ ਕਿ ਆਪਾਂ SC BC ਦੀ ਕੋਟੇ ਦੀ ਗੱਲ ਕਰਦੇ ਹਾਂ, ਆਪਣੇ ਕੋਲੇ ਕੋਟਾ ਪੰਜਾਬੀ ਕੋਟਾ, ਠੀਕ ਹੈ ਨਾ। ਸੋ ਵੱਧ ਤੋਂ ਵੱਧ ਹਰਿਆਣਾ ਭਰ ਦੂਗਾ, ਵੱਧ ਤੋਂ ਵੱਧ ਰਾਜਸਥਾਨ ਭਰ ਦੂਗਾ, ਬਹੁਤ ਘੱਟ ਭਰਦੇ ਜਿਹੜੇ। ਸੋ ਇਹ ਆਪਣੇ ਕੋਲੇ ਕੋਟਾ ਬਹੁਤ ਹੈ ਆਪਣੀ ਸਟੇਟ ਦੇ ਵਿੱਚ ਪੋਸਟਾਂ ਲੈਣ ਵਾਸਤੇ। ਸੋ ਇਹ ਸਾਰੇ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਜੋ ਵੀ ਤੁਸੀਂ ਕਹੋਗੇ ਵੀ ਐਵੇਂ ਨਹੀਂ ਹੋਇਆ ਜੀ, ਐਵੇਂ ਨਹੀਂ ਹੋਇਆ, ਸਾਡੇ ਪੇਪਰ ਪੋਸਟਪੋਨ ਕਰਾ ਦਿਓ ਜਾਂ ਕੈਂਸਲ ਕਰਵਾ ਦਿਓ, ਐਵੇਂ ਹੋ ਗਿਆ। ਦੇਖੋ ਸਿੱਧੀ ਜੀ ਗੱਲ ਹੈ, ਜੋ ਹੋ ਰਿਹਾ ਗਾ ਉਹ ਗਲਤ ਹੋ ਰਿਹਾ, ਸਭ ਨੂੰ ਪਤਾ। ਆਪਾਂ ਸਭ ਨੇ ਹੀ ਉਹਦੀ ਪਟਵਾਰੀ ਦੀ ਵੀ ਓਬਵੀਅਸਲੀ ਗੱਲ ਹੈ, ਮੈਂ ਵੀਡੀਓ ਬਣਾਈ ਹੈ। ਤਾਂ ਚੀਜ਼ ਉਹ ਹੈ ਕਿ ਉਸ ਵੀਡੀਓ ਦੇ ਨਾਲ ਤਾਂ ਕੋਈ ਫਰਕ ਪੈਣ ਨਹੀਂ ਲੱਗਿਆ। ਹਾਂ, ਬਹੁਤ ਵਧੀਆ ਇੰਸਟੀਚਿਊਟ, ਵੱਡੇ ਇੰਸਟੀਚਿਊਟ ਹੁਣ ਇਹਦੇ ਵਿੱਚ ਆ ਗਏ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ, ਤਾਂ ਉਹ ਇੱਕ ਸਾਈਡ ਤੇ ਰਹਿ ਗਿਆ। ਜੇ ਉਹਦੇ ਬਾਰੇ ਸੋਚੀ ਜਾਓਗੇ, ਉਹ ਕਦੇ ਚੀਜ਼ਾਂ ਤੁਹਾਡੀਆਂ ਜਾਣੀ ਕਿ ਹੱਲ ਨਹੀਂ ਤੁਹਾਡਾ ਕਰ ਸਕਦੀਆਂ, ਰਾਈਟ। ਤੇ ਫਿਰ ਮੈਂ ਉਹੀ ਗੱਲ ਕਹਿਣਾ ਕਿ ਪੰਜਾਬੀ ਤਾਂ ਸਭ ਤੋਂ ਪਹਿਲਾਂ ਤਾਂ ਮੈਥ ਰੀਜ਼ਨਿੰਗ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਰਨਾ। ਠੀਕ ਹੈ। ਮੈਥ ਰੀਜ਼ਨਿੰਗ ਤਾਂ ਪ੍ਰਾਇੋਰਟੀ ਤੇ ਰੱਖਣਾ ਕਿ ਉਹ ਤਾਂ ਤੁਹਾਡਾ ਕੋਈ ਪੇਪਰ ਆ ਜੇ ਤਿਆਰ ਹੋਣਾ ਚਾਹੀਦਾ। ਐਂ ਕਹਿ ਲਓ ਵੀ ਜਿਵੇਂ ਆਪਾਂ ਕਿਤੇ ਜਾਣਾ ਹੁੰਦਾ ਗਾ ਤਾਂ ਸਭ ਤੋਂ ਪਹਿਲਾਂ ਆਪਣੀ ਫੇਵਰਟ ਚੀਜ਼ ਆ ਜਿਹੜੀ ਉਹ ਤਿਆਰ ਪਈ ਹੁੰਦੀ ਵੀ ਇਹ ਤਾਂ ਤਿਆਰ, ਇਹ ਤਾਂ ਮੈਂ ਲੈ ਕੇ ਹੀ ਜਾਣੀ ਹੈ। ਮੈਥ ਰੀਜ਼ਨਿੰਗ ਤਾਂ ਪੱਕਾ ਹੀ ਲੈ ਕੇ ਜਾਣਾ, ਰਾਈਟ ਆ। ਹੁਣ ਉਦੋਂ ਬਾਅਦ ਤੁਸੀਂ ਕੈਟਾਗਰੀ ਬਣਾਉਣੀ ਆ ਕਿ ਭਾਈ ਮੈਂ ਹੁਣ ਕਿਹੜੇ ਪੇਪਰ ਦੇਣੇ ਆ, ਤੇ ਉਹਨੂੰ ਡਿਵੀਜ਼ਨ ਉਹਦੀ ਕਿਵੇਂ ਕਰਨੀ ਹੈ, ਇੱਕ ਦਿਨ ਛੱਡ ਕੇ, ਰਾਈਟ। ਜੇ ਹੁਣ ਮਹੀਨਾ ਪਿਆ ਗਾ, ਮਹੀਨੇ ਦੇ ਵਿੱਚ ਕੋਈ ਹੋਰ ਹੈ ਤਾਂ ਇੱਕ ਦਿਨ ਛੱਡ ਕੇ, ਪਰ ਜਿਹੜਾ ਇੱਕ ਦਿਨ ਕਿਸੇ ਸਬਜੈਕਟ ਨੂੰ ਡੈਡੀਕੇਟ ਕਰਤਾ ਤਾਂ ਉਹ ਦੂਸਰੀ ਵਾਰ ਪੜ੍ਹਨ ਦੀ ਲੋੜ ਨਾ ਪਵੇ। ਪੇਪਰਾਂ ਦੇ ਕੋਲੇ ਆ ਕੇ ਪੜ੍ਹਨ ਦੇ ਹੋ ਜੇ ਤਾਂ ਉਹ ਐਂ ਪੜ੍ਹੋ ਕਿ ਇਹ ਮੈਂ ਆਖਰੀ ਵਾਰੀ ਪੜ੍ਹ ਰਿਹਾ, ਇਸ ਤੋਂ ਬਾਅਦ ਸਿਰਫ ਮੈਂ ਰਿਵੀਜ਼ਨ ਕਰਨੀ ਹੈ, ਰਾਈਟ। ਜਿਵੇਂ ਫੋਰ ਐਗਜ਼ਾਮਪਲ ਹੁਣ ਐਕਸਾਈਜ਼ ਇੰਸਪੈਕਟਰ ਦੇ ਵਿੱਚ ਤੁਹਾਨੂੰ ਪਤਾ ਕਿ ਐਕਸਾਈਜ਼ ਜਿਹੜਾ ਆਪਣਾ ਟੈਕਸੇਸ਼ਨ ਵਗੈਰਾ ਗਾ, ਟੈਕਸੇਸ਼ਨ ਹੋ ਗਿਆ ਜਾਂ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਵਾਲਾ ਹੋ ਗਿਆ। ਸੋ ਓਬਵੀਅਸਲੀ ਗੱਲ ਹੈ, ਜੇਕਰ ਤੁਸੀਂ ਉਹ ਹੁਣ ਤੱਕ ਨਹੀਂ ਪੜ੍ਹਿਆ ਤਾਂ ਕੋਈ ਚੱਕਰ ਨਹੀਂ ਹੈਗਾ। MCQ ਮੈਂ YouTube ਤੇ ਕਰਾਊਂਗਾ, ਚੁੱਪ ਕਰਕੇ ਕਰ ਲਿਓ, ਆਇਆ ਤਾਂ ਠੀਕ ਹੈ, ਨਹੀਂ ਤੁਸੀਂ ਐਂ ਕਹਿ ਲਓ ਵੀ ਉਹ ਪੜ੍ਹਿਆ, ਤੁਹਾਡੇ ਕੰਮ ਜ਼ਰੂਰ ਆਊਗਾ। ਤੇ ਬਾਕੀ ਇਹ ਮੈਂ ਚੀਜ਼ ਕਿਉਂ ਬੋਲਦਾ, ਕਾਰਨ ਕੀ ਹੈ ਇਹਦਾ? ਕਾਰਨ ਇਹਦਾ ਇਹ ਆ ਕਿ ਕਦੇ ਵੀ ਕਿਸੇ ਵੀਡੀਓ ਨੂੰ ਦੇਖ ਕੇ ਉਹਨੂੰ
जमा आए 100% नहीं मान लेना कि पता नहीं बस ये पढ़ ले तो इस बाद पढ़ने की लोड़ ही नहीं। ठीक है, सो कहने का मतलब की है कि अपने एफर्ट जरूर लाने आ, थरैटिकल पोर्शन पढ़ना क्योंकि नवा पहली बार सिलेबस ऐड होया। हाँ मैथ रीजनिंग जो बहुत टाइम तो आ रहा, तुम 100% मैं वो एक्यूरेसी के नाल कह सकदा कि हाँ 100% ही आऊगा। एंड कोई भी टीचर नहीं होता जो ऐ कहूगा तुहानू कि भाई तुम आह पढ़ लो तो इस बाद पढ़ने की लोड़ नहीं, कहता होगा तो पता नहीं अड्ड गल है, पर मेरे अकॉर्डिंग तो यही है कि भाई जिन्ना पढ़ोगे उन्ना घट है। पेपर दे विच सिलैक्शन तुहाडी करा सकती है जिहड़ी चीज़ कि वो तुहाडी कंसिस्टेंसी है बस। ठीक है, सो इंडस्ट्रीयल डिवेलपमेंट ऑफिसर वाला जिहड़ा हैगा सिलेबस, यानी एक दिन डेडिकेट करना, बस एक दिन ये बारे पढ़ना गा, प्लस तुहाडा टैक्सेशन हो गया। आ टैक्सेशन तो कोई बड़ा ज़्यादा औखा भी नहीं है, जेकर तुसीं इकनॉमिक्स ही पढ़ जाओगे तो तुहाडा टैक्सेशन वैसे ही कवर हो जाना। मेन गल हैगी इंडस्ट्रीयल डिवेलपमेंट ऑफिसर वाली, यानी डिवेलपमेंट प्रमोशन वाला जिहड़ा हैगा। तो मैं यूट्यूब पर ऑलरेडी तुहानूं पता स्टार्ट करवाता, तुसीं पहले 2 लैक्चर वो देख भी सकते हो। ठीक हो गया। अच्छा हुण बाकी सबजैक्ट जिवें इंग्लिश हो गया, ठीक है, जिमें तुहाडी इंग्लिश होगी, ठीक है, जां तुसीं कह लो भी उस तो बाद जनरल नॉलेज। ठीक है, हुण ये चीज़ां इहो जिहियां कि जिहड़ियां तुसीं जिन्नियां ज़्यादा मर्जी पढ़ लो कदे भी पूरियां नहीं हो सकदियां। इंग्लिश भी लैंगुएज आ, ओबवियसली गल है। इंग्लिश दे विच तुसीं वकैब बहुत जाने कहंदे भी असीं वकैब दी आ किताब खत्म कर गए, असीं वकैब इत्थों पढ़ ली तां भी नहीं आई। ठीक है, सो इंग्लिश तक कदे खत्म होने वाली चीज़ ही नहीं, इंग्लिश भी एक लैंगुएज आ, राइट है। हुण तुहाडा जिहड़ा जनरल नॉलेज है, जनरल नॉलेज भी इन्नी ज़्यादा वास्ट है कि जिवें एसआई दे विच बहुत जाने तंग हो गए कि सर यह जनरल नॉलेज जीके किधरों आ गई। ठीक है, सो मैं एक तुहानूं हदायत दूंगा जनरल नॉलेज। जनरल नॉलेज दे जेकर तुसीं पेपर देखोगे तुहानूं ये भुलेखे बहुत पाऊगी, तैन हमेशा तुहाडी स्ट्रैटेजी चेंज करो। पर अज तो बाद इक्को स्ट्रैटेजी अपना लो, जनरल नॉलेज तुसीं उवें ही पढ़ना, पेपर दे विच औखा आ जे पेपर दे विच सौखा आ जे, डजंट मैटर। तुसीं की करना, हमेशा अपनी मॉडर्न हिस्टरी, हमेशा अपनी मॉडर्न हिस्टरी, राइट है, हमेशा ईवन कि पूरी हिस्टरी ही समझ लो, पूरी हिस्टरी ये चलो मॉडर्न हिस्टरी का ज़्यादा पोर्शन आता गा, पॉलिटी, ठीक है, जीके दे विच पंजाब जीके तुहाडी, ठीक है, पंजाब जीके होगी, पंजाब जीके ते प्लस तुहाडा जिहड़ा हैगा स्टैटिक पोर्शन। ठीक है, बस ऐ समझ लो भी ऐनूं तुसीं करके जाणागा ते इस तो बाद कख नहीं करके जाना, चाहे पेपर जिथों मर्जी आई जांदा। ठीक है, 5वें नंबर ते जिहड़ा तुसीं ऐड कर सकदे हो, कर सकदे हो तुसीं करंट अफेयर। ठीक है, 5वें नंबर ते तुसीं करंट अफेयर ऐड कर सकते हो बस। तो करंट अफेयर हमेशा ही तुसीं पिछले 6 महीने दे करने बस। ठीक है, ईवन कि चलो जो हुण पेपर हो भी रहे हैं तो तुसीं जनवरी तो ही लग सकते हो या फरवरी तो लग सकते हो। ठीक है, हुण इदों बाहर भी पेपर आऊगा पर डिस्ट्रैक्ट नहीं होना। प्रॉब्लम ही इत्थे है कि जदों आपां आह चीज़ां पढ़ के जाने तो पेपर दे विच घट देखण नूं मिलदियां, हालांकि घट होंदियां नहीं। जे मैं ये मन्ना कि जेकर मान लो 20 क्वेश्चन आया तो 20 दे विचों तुहानूं 10 क्वेश्चन या 11 या 12 क्वेश्चन इन्हां चों मिलणगे ही मिलणगे किसी भी हालत च। पर प्रॉब्लम की आ जाती कि जिहड़े वो बाकी 8 क्वेश्चन होंदे आ या बाकी 9 क्वेश्चन या चलो 10 क्वेश्चन मैक्सीमम मान लो, जिहड़े बाकी इररैलेवेंट क्वेश्चन आ जाते आपां उन्हां ते फोकस करके इन्हां नूं भी विगाड़ लैंदे आ। सो अपने अखां मीच के बस इन्ना यकीन कर जो कि मेरी हिस्टरी कंप्लीट होनी चाहिए, पॉलिटी कंप्लीट होनी चाहिए, पंजाब जीके कंप्लीट होनी चाहिए, स्टैटिक जीके कंप्लीट होनी चाहिए। स्टैटिक जीके तुसीं अरिहंत तो भी पढ़ सकते हो, अरिहंत दे विच भी स्टैटिक जीके पई आ, लूसेंट दे विच भी मिसलेनियस वाला पोर्शन स्टैटिक जीके पई आ, चाहे तुसीं अपनी किताब तो पढ़ रहे हो स्टैटिक जीके, जिथों मर्जी पढ़ लो सब कुछ सेम ही है, राइट। सो ये तुसीं पढ़ना बस ऐ कह लो भी जेकर ये आ गया तां भी ठीक है, नहीं आता तां भी ठीक है, अपना दिमाग खराब करना ही नहीं। हुण जीके दे विचों नंबर लैणे किवें आ, जीके दे विचों नंबर सिर्फ तुहानूं एक्यूरेसी दवा सकदी है, बस फालतू ये विच आंसर लाउणा ही नहीं, फालतू आंसर लाउणा ही नहीं। इसे करके मैं कहना कि जीके नूं पढ़ो जरूर पर उहदे ते टिको ना, यानी जीके जिथों मिलदी है जिवें मिलदी है तुहानूं, चाहे आह पोर्शन चो कह रहा मैं, आई नहीं भी कुछ भी पढ़ी चलो, मॉडर्न हिस्टरी चो पॉलिटी चो दोनों जिथे भी कोई भी क्वेश्चन मिलता उन्होंने कर लो, स्टैटिक जीके जिथे कुछ भी मिलता उन्होंने कर लो, पर आलतू फालतू नहीं। ये नहीं है भी 2019 के करंट अफेयर कर लग जाओ जी, वो 2019 का एक क्वेश्चन आया सी, हो सकता एक क्वेश्चन 2019 का आ गया हो, उस तो बाद की तुक बनता भी तुम 2019 के सारे कर लगे करंट, वो कोई जरूरी नहीं है। ठीक है, सो कहने का मतलब जीके नूं सिर्फ इन्ना ही पढ़ना गा, इस तो उत्ते कुछ भी पढ़ने की लोड़ नहीं। हुण काफ़ी जाने कहणगे कि जी मॉडर्न हिस्टरी असीं बहुत बारी पढ़ ली, पॉलिटी असीं बहुत बारी पढ़ ली, पंजाब जीके असीं बहुत बारी पढ़ ली, बस कोई चक्कर नहीं, फिर MCQ कर लो बस। MCQ करने कित्थों आ, अरिहंत आ, लूसेंट आ, अपनी बुक है, मॉक टेस्ट है, बहुत सारे प्लेटफॉर्म है, जिथों मर्जी करी जाओ, कोई चक्कर वाली गल नहीं। तुसीं किसी इंस्टीट्यूट च पढ़ते होंगे उत्थे भी MCQ दिंदे होणगे, उत्थों कर सकते हो। ठीक है, सो ज़्यादा जिहड़ी एक्यूरेसी तुहाडा कम आऊगी। जे हुण पटवारी मेन्स की गल करा
ਤਾਂ ਹੁਣ ਓਬਵੀਅਸਲੀ ਗੱਲ ਆ ਤੁਹਾਡਾ ਮੈਥ ਰੀਜ਼ਨਿੰਗ 45 ਨੰਬਰਾਂ ਦਾ, ਅਗਰ ਤੁਸੀਂ ਇਹਦੇ ਵਿੱਚ ਕਾਮਯਾਬ ਹੋ ਗਏ 45 ਨੰਬਰਾਂ ਦਾ, ਤੇ ਇਹਦੇ ਵਿੱਚ ਤੁਸੀਂ 40 ਪਲੱਸ ਲੈਣ ਵਿੱਚ ਕਾਮਯਾਬ ਹੋਗੇ, ਤਾਂ ਬਾਕੀ ਤੁਸੀਂ ਆਪਣੇ ਆਪ ਹੀ 40 ਕਿਸੇ ਨਾ ਕਿਸੇ ਪਾਸੋਂ ਲੈ ਸਕਦੇ ਹੋ, ਤੇ 80 ਪਲੱਸ ਨੰਬਰ ਹੋ ਗਏ ਤੇ ਉਹੀ ਤੁਹਾਡੀ ਸਿਲੈਕਸ਼ਨ ਵਾਲੇ ਜਾ ਸਕਦਾ ਹੈਗਾ, ਰਾਈਟ ਹੈ। ਸੋ ਕਾਰਨ ਬਸ ਇਹੀ ਹੈ ਕਿ ਤੁਸੀਂ ਫੋਕਸ ਜ਼ਿਆਦਾ ਕਰਦੇ ਹੋ ਜਿਹੜਾ ਹੈਗਾ ਉਹ ਜੀਕੇ ਵਾਲਾ। ਹੁਣ ਜਿਵੇਂ ਐਕਸਾਈਜ਼ ਦੇ ਵਿੱਚ ਜੀਕੇ 15 ਨੰਬਰਾਂ ਦੀ ਆ, ਠੀਕ ਹੈ। ਹੁਣ ਉਹੀ ਗੱਲ ਆ ਵੀ ਇਹਦੇ ਵਾਸਤੇ ਤੁਹਾਨੂੰ ਮਾਡਰਨ ਹਿਸਟਰੀ, ਪੋਲਿਟੀ, ਪੰਜਾਬ ਜੀਕੇ ਬਸ ਇਹ ਕਵਰ ਕਰਨਾ, ਤੇ ਬਾਕੀ ਕਰੰਟ ਅਫੇਅਰ, ਹੋਰ ਕੱਖ ਕਰਨ ਦੀ ਲੋੜ ਨਹੀਂ ਹੈਗੀ, ਰਾਈਟ ਆ। ਬਾਕੀ ਉਹੀ ਗੱਲ ਆ ਵੀ ਜੋ ਵੀ ਟੀਚਰ ਤੁਹਾਨੂੰ YouTube ਤੇ ਕਰਵਾਉਂਦਾਗਾ ਪਲੀਜ਼ ਉਹਨੂੰ ਕਰਿਆ ਜ਼ਰੂਰ ਕਰੋ, ਪਰ ਵਿਦ ਐਕਸਪਲੇਨੇਸ਼ਨ। ਵਿਦ ਐਕਸਪਲੇਨੇਸ਼ਨ ਕਰਨਾ ਤਾਂ ਜ਼ਰੂਰੀ ਆ ਕਿਉਂਕਿ ਰੱਟਾ ਲਾਉਣਾ ਕੋਈ ਬੜਾ ਜ਼ਿਆਦਾ ਵਧੀਆ ਕੰਮ ਨਹੀਂ ਹੈਗਾ, ਠੀਕ ਹੈ। ਹਾਂ ਰੱਟਾ ਚਲੋ ਜਿੱਥੇ ਲਾਉਣਾ ਓਬਵੀਅਸਲੀ ਗੱਲ ਹੈ, ਜਿੱਥੇ ਹੋਰ ਕੋਈ ਹੀਲਾ ਨਹੀਂ ਲਾ ਲਓ, ਪਰ 90% ਜੇਕਰ ਐਕਸਪਲੇਨੇਸ਼ਨ ਨਾਲ ਕਰੋਗੇ, ਕੋਈ ਲਿੰਕ ਬਣਾਓਗੇ ਤਾਂ ਜ਼ਿਆਦਾ ਬਿਹਤਰ ਰਹੋਗੇ, ਠੀਕ ਹੋ ਗਿਆ। ਸੋ ਮੇਰੇ ਹਿਸਾਬ ਦੇ ਨਾਲ ਕੁਝ ਗੱਲਾਂ ਜੋ ਮੈਂ ਤੁਹਾਨੂੰ ਦੱਸਣ ਦੇ ਵਿੱਚ ਕਾਮਯਾਬ ਹੋਇਆਗਾ, ਪਰ ਤੁਹਾਨੂੰ ਲੱਗਦਾ ਹੋਵੇ ਕੀ ਖਾਸ ਤਾਂ ਕੁਝ ਦੱਸਿਆ ਨਹੀਂ। ਮੈਂ ਪਹਿਲਾਂ ਹੀ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਕੁਝ ਖਾਸ ਹੈ ਨਹੀਂ, ਪਰ ਖਾਸ ਬਸ ਇੰਨੀਆਂ ਹੀ ਗੱਲਾਂ ਕਿ ਭਾਈ ਜੇਕਰ ਤੁਹਾਨੂੰ ਇਹ ਖਾਸ ਲੱਗਣ ਤਾਂ ਉਹ ਵੀ ਕਿ ਮੈਥ ਤੇ ਰੀਜ਼ਨਿੰਗ ਬਸ ਇਹ ਤੁਹਾਡਾ ਪੱਕਾ ਹੀ ਹੋਣਾ ਚਾਹੀਦਾ। ਜੇ ਇਹਨੂੰ ਪੱਕਾ ਕਰ ਲਓਗੇ ਬਸ ਐਂ ਕਹ ਲਓ ਵੀ ਕਾਮਯਾਬ ਹੋ ਜਾਵੋਗੇ, ਠੀਕ ਹੈ। ਇਹਦੇ ਵਿੱਚੋਂ ਨੰਬਰ ਪੂਰੇ ਪੱਕੇ ਹੋਣੇ ਚਾਹੀਦੇ। ਬਾਕੀ ਜੀਕੇ ਵਾਲਾ ਪੋਰਸ਼ਨ ਹੈ, ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਵਾਲਾ ਪੋਸਟਰ ਹੈ, ਠੀਕ ਹੈ, ਟੈਕਸੇਸ਼ਨ ਵਾਲਾ ਪੋਰਸ਼ਨ ਹੈ, ਤੁਸੀਂ ਮੇਰੇ ਤੇ ਛੱਡੋ, ਮੈਂ ਆਪਣੇ ਆਪ ਤੁਹਾਨੂੰ ਕਰਵਾਉਂਗਾ, ਠੀਕ ਹੈ, ਆਪਣੇ ਆਪ ਕਰਵਾਉਂਗਾ। YouTube ਤੇ ਚੱਲ ਰਿਹਾ ਹੈਗਾ ਥਿਓਰੈਟੀਕਲ ਪੋਰਸ਼ਨ ਕਰਨਾ, ਤਾਂ ਚਲੋ ਐਪਲੀਕੇਸ਼ਨ ਦੇ ਵਿੱਚ ਚਲੇ ਜਾਓ, ਉੱਥੇ ਆਪਣਾ ਕੰਪਲੀਟ ਆ, ਠੀਕ ਹੈ। ਬਾਕੀ ਹੋਰ ਕੋਈ ਜਾਣਕਾਰੀ ਜੇਕਰ ਲੈਣੀ ਹੋਈ ਤਾਂ ਓਬਵੀਅਸਲੀ ਗੱਲ ਆ ਤੁਸੀਂ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਲੈ ਕੇ ਆ ਰਹੇ ਹਾਂ। ਇਕਨੋਮਿਕਸ ਟਾਈਮਸ ਦੇ ਵਿੱਚ ਆਪਣੀ ਨਿਊਜ਼ ਲੱਗੀ, ਆਪਣਾ ਆਰਟੀਕਲ ਛਪਿਆਗਾ, ਸੋ ਵਧੀਆ ਪ੍ਰਾਊਡ ਵਾਲੀ ਗੱਲ ਹੈ, ਓਬਵੀਅਸਲੀ ਗੱਲ ਹੈ ਕਿ ਖੁਸ਼ੀ ਹੁੰਦੀ ਆ ਕਿ ਇੱਕੋ ਦਮ ਇੱਕ ਜਿਵੇਂ ਕਾਲ ਆਉਂਦੀ ਹੈ ਕਿ ਤੁਹਾਡੀ ਇੰਟਰਵਿਊ ਵਗੈਰਾ। ਸੋ ਚਲੋ ਠੀਕ ਆ, ਉਹ ਅਲੱਗ ਹੈ। ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਝ ਨਵਾਂ ਆ ਰਿਹਾ ਹੈਗਾ, ਬਹੁਤ ਕੁਝ ਕਰ ਰਹੇ ਹਾਂ। ਇਟਸ ਨਾਟ ਆਲ ਅਬਾਊਟ ਸਬਸਕ੍ਰਾਈਬਰਸ ਔਰ ਵਿਊਅਰਸ। ਸੋ ਕਹਿਣ ਦਾ ਮਤਲਬ ਕੀ ਹੈ ਕਿ ਬਹੁਤ ਕੁਝ ਵੱਡਾ ਮੈਂ ਲੈ ਕੇ ਆ ਰਿਹਾ, ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਰੇਸ ਅਕੈਡਮੀ ਨੂੰ ਅੱਗੇ ਲੈ ਕੇ ਜਾਣਾਗਾ। ਤੇ ਓਬਵੀਅਸਲੀ ਗੱਲ ਮੈਂ ਇਕੱਲਾ ਤਾਂ ਲਿਜਾ ਨਹੀਂ ਸਕਦਾ, ਜੇਕਰ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਹੋ ਰਹੀ ਹੈ ਤੁਹਾਡੇ ਰਿਵਿਊ ਹੀ ਕੰਮ ਆਉਂਦੇ ਆ, ਠੀਕ ਹੈ। ਸੋ ਉਹੀ ਹੈ ਚੀਜ਼ਾਂ, ਤੇ ਆਪਾਂ ਬਹੁਤ ਲੰਬੀ ਛਲਾਂਗ ਜਲਦੀ ਹੀ ਮਾਰਨ ਜਾ ਰਹੇ ਹਾਂ, ਠੀਕ ਹੈ। ਸੋ ਬਾਕੀ ਕੋਈ ਵੀ ਕੁਐਰੀ ਵਗੈਰਾ ਹੈਗੀ, ਹੋਰ ਕੋਈ ਵੀ ਮੈਸੇਜ ਕਰੋ, ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਤੇ ਬਾਕੀ ਤਿਆਰੀ ਖਿੱਚ ਦਿਓ। ਤੇ ਹਾਂ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਪਟਵਾਰੀ ਮੇਨਸ ਦਾ ਹੈਗਾ 5 ਤਰੀਕ ਨੂੰ, ਉਹਨਾਂ ਵਾਸਤੇ ਤਾਂ ਹੈਗਾ ਆਲ ਦਾ ਬੈਸਟ, ਠੀਕ ਹੈ, ਆਲ ਦਾ ਬੈਸਟ ਉਹਨਾਂ ਵਾਸਤੇ। ਤੇ 5 ਤਰੀਕ ਤੋਂ ਬਾਅਦ ਆ ਜਿਹੜਾ ਉਹ ਮੈਂ ਸਟਾਰਟ ਕਰਨ ਜਾ ਰਿਹਾ ਹਾਂ, ਯਾਨੀ 6 ਤੋਂ ਚਲੋ 7 ਤੋਂ ਕਹਿ ਲਓ, ਠੀਕ ਹੈ, 6 ਦੀ ਸ਼ਾਮ ਜਾਂ 7 ਦੀ ਸਵੇਰ ਐਕਸਾਈਜ਼ ਇੰਸਪੈਕਟਰ ਵਾਸਤੇ ਤੁਹਾਡੀ ਪ੍ਰੋਪਰ YouTube ਤੇ ਮੌਕ ਟੈਸਟ ਚੱਲਣ ਵਾਲੇ ਆ, ਬਸ ਉਹਨਾਂ ਨੂੰ ਕਰਕੇ ਜਾਇਓ। ਜਿਵੇਂ ਪਟਵਾਰੀ ਤੋਂ ਪਹਿਲਾਂ ਮੈਂ ਕਰਵਾਇਆ ਸੀਗਾ, ਇਸੇ ਤਰੀਕੇ ਦੇ ਨਾਲ ਐਕਸਾਈਜ਼ ਦੇ ਵਿੱਚ ਵੀ ਸਾਰਾ ਕੁਝ ਹੋਊਗਾ, ਐਂਡ ਗਰੰਟੀ ਤੁਹਾਨੂੰ ਫਾਇਦਾ ਹੋਊਗਾ, ਠੀਕ ਹੈ। ਸੋ ਥੈਂਕ ਯੂ ਵੈਰੀ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਇਸੇ ਤਰੀਕੇ ਨਾਲ ਪੜ੍ਹਦੇ ਰਹੋ, ਤੇ ਆਪਾਂ ਹੋਰ ਨਵੀਆਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਬਾਏ ਬਾਏ, ਟੇਕ ਕੇਅਰ।